देखो थ्योरम नंबर है, थ्योरम नंबर 11 है। लेट f बिलोंग्स टू द रीमन स्टैगलेस इंटीग्रल ऑन क्लोज इंटरवल ऑफ ए बी, और गिवन देती है कि वो फंक्शन है वो रीमन स्टैगलेस इंटीग्रल है ऑन ए क्लोज इंटरवल ऑफ ए बी। लेट दिस इज ए बाउंडेड, देखो ये दी रिप्रेजेंटेशन है, या वो सीधा लिख भी सकता है f अपने को बाउंडेड फंक्शन है, या वो इस तरीके ना भी लिख सकता है कि m इज लेस देन इक्वल टू एफ एक्स लेस देन इक्वल टू कैपिटल M। इट मीन्स कि इट इज ए लोअर बाउंड, इट इज ए अपर बाउंड, फंक्शन अपने को बाउंडेड है एंड फाई इज ए कंटिन्यूअस। ਹੁਣ ਇੱਥੇ ਆਪਾਂ फाई इज कंटिन्यूअस ऑन किस इंटरवल ਦੇ ਵਿੱਚ, स्मॉल m ਤੇ कैपिटल M ਦੇ ਵਿੱਚ। अगर इस इंटरवल ਦੀ ਗੱਲ ਹੋ ਰਹੀ ਹੈ ਤੇ ਉਹਦੇ ਵਿੱਚ फाई ਕੀ ਹੈ, कंटिन्यूअस है। देन प्रूफ की करना है, देन ਦਾ मतलब हो गया टू प्रूफ ਕੰਪੋਜ਼ਿਟ ਫੰਕਸ਼ਨ। ਕੰਪੋਜ਼ਿਟ ਫੰਕਸ਼ਨ ਕਿੱਦਾਂ ਦੇ ਹੁੰਦੇ ਆ, ਜਿਵੇਂ h of g, g of f, दैट आर द ਕੰਪੋਜ਼ਿਟ ਫੰਕਸ਼ਨਸ। ਠੀਕ ਹੈ, ਇਹ ਕੰਪੋਜ਼ਿਟ ਫੰਕਸ਼ਨਸ ਨੇ। ਹੁਣ ਜਿਵੇਂ ਕਹਿ ਰਿਹਾ ਕਿ hx ਹੋ ਗਿਆ, दैट इज अ ਕੰਪੋਜ਼ਿਟ ਫੰਕਸ਼ਨ। ਕਿਹਦਾ ਹੋ ਗਿਆ, फाई ऑफ f ਦਾ। फाई ऑफ f ਦਾ मतलब हो गया फाई ऑफ f, फाई ऑफ f, fx ਲਗਾ ਕੇ ਉਹਦੇ ਤੇ फाई ਫੰਕਸ਼ਨ ਲਗਾਉਣਾ, दैट इज ए। ਕਹਿੰਦੇ ਕਿ ਜਦੋਂ hx ਨਿਕਾਲਣਾ इज इक्वल टू फाई ऑफ एफ ऑफ एक्स बिलोंग करेगा रीमन स्टेगलेस इंटैग्रल ਨੂੰ, ਉਹ ਉਸੇ ਇੰਟੈਗਰਲ ਨੂੰ ਬਿਲੋਂਗ ਕਰੇਗਾ ਰੀਮਨ ਸਟੈਗਲੇਸ ਇੰਟੈਗਰਲ ਨੂੰ ਔਨ ਅ ਕਲੋਜ਼ਡ ਇੰਟਰਵਲ ਆਫ AB। ਆਪਾਂ ਇਹ ਪ੍ਰੂਫ ਕਰਨਾ। ਹੁਣ ਦੇਖੋ ਕੋਈ ਵੀ ਫੰਕਸ਼ਨ ਨੂੰ ਆਪਾਂ ਅਗਰ ਰੀਮਨ ਸਟੈਗਲੇਸ ਇੰਟੈਗਰਲ ਪ੍ਰੂਫ ਕਰਦੇ ਸੀ, ਮੈਂ ਦੱਸਿਆ ਸੀ ਸਟੈਪ ਬਾय ਸਟੈਪ ਚੱਲਣਾ। ਫਸਟ ਸਟੈਪ ਹੁੰਦਾ ਸੀ ਪਾਰਟੀਸ਼ਨ, ਸੈਕੰਡ ਸਟੈਪ ਹੁੰਦਾ ਸੀ ਆਪਣੇ ਕੋ ਉਹਦਾ ਡੈਲਟਾ ਅਲਫਾਈ ਅਗਰ ਹੋਏ ਤਾਂ, अगर नहीं हैगा तो उस तो बाद स्मॉल एम आई तो कैपिटल एम आई लैके चलना। फिर उस तो बाद यू पी एफ अल्फा माइनस एल पी एफ अल्फा इज लैस दैन ऑब्जाइलम आप प्रूफ करना। सेम वही प्रोसीजर लैके चलेंगे वन बाय वन। ਹੁਣ देखो गिवन की है सिंस फाई इज कॉन्टीन्यूअस ऑन स्मॉल m तो कैपिटल M इंटरवल आप कॉन्टीन्यूअस लिख लिया। ਹੁਣ ਸਾਨੂੰ पता कोई भी फंक्शन अगर वो यूनिफॉर्मली कॉन्टीन्यूअस है तो नाल ही वो अपने को कॉन्टीन्यूअस भी है तो अपने को बाउंडेड भी है। कॉन्टीन्यूअस है, ठीक है, कॉन्टीन्यूअस है तो नाल अपने को फंक्शन की है, नाल कॉन्टीन्यूअस फंक्शन है क्लोज इंटरवल जो है, दैट मीन्स कि वो अपने को यूनिफॉर्मली कॉन्टीन्यूअस हो गया। अगर यूनिफॉर्मली कॉन्टीन्यूअस हो गया बाय द डेफिनेशन ऑफ यूनिफॉर्मली कॉन्टीन्यूअस, therefore a given epsilon greater than 0 there exists a delta greater than 0 such that u ਤੇ v ਆਪਾਂ ਕੋਈ ਦੋ ਰੀਅਲ ਨੰਬਰ ਲੈ ਲੇ ਉਹ ਇਸ ਇੰਟਰਵਲ ਨੂੰ ਬਿਲੋਂਗ ਕਰ ਰਹੇ। ठीक है, कोई भी दो नंबर ले लो इस इंटरवल में बिलोंग कर रहा है तो उन्होंने दोनों रियल नंबर का डिफरेंस है ਉਹਦਾ मोड लैस दैन डेल्टा होएगा फॉर ऑल। देयरफॉर दैन मीन्स कि मोड ऑफ एफ ऑफ एक्स माइनस एफ ऑफ वाई, ਇਹਦੀ ਥਾਂ ਤੇ एफ ਦੀ ਥਾਂ ਤੇ ਆਪਣੇ ਕੋ ਫੰਕਸ਼ਨ ਕੀ ਹੈ फाई, ਤੇ फाई ऑफ u माइनस फाई ऑफ v मोड ऑफ लैस दैन ऑब्जाइलम, दैट इज अ डेफिनेशन। ਇਹ ਹੈਗੀ यूनिफॉर्मली कॉन्टिन्यूअस ਦੀ डेफिनेशन है। ਹੁਣ यूनिफॉर्मली कॉन्टिन्यूअस है ਇਹ ਲਿਖ ਲਿਆ। ਹੁਣ ਉਸ ਤੋਂ ਬਾਅਦ ਗਿਵਨ ਦੇਖੋ ਕਹਿੰਦੇ ਵਿਦਾਊਟ, ਹੁਣ ਦੇਖੋ ਇੱਥੇ ਕੀ ਸੀਗਾ ਡੈਲਟਾ, ਡੈਲਟਾ ਦੀ ਗੱਲ ਹੋ ਰਹੀ, ਕਹਿੰਦੇ ਵਿਦਾਊਟ ਲੋਜ਼ ਆਫ ਜਨਰੈਲਿਟੀ ਵੀ ਟੇਕ ਕਿ ਡੈਲਟਾ ਦੀ ਵੈਲਿਊ ਹਮੇਸ਼ਾ ਹੀ ਐਬਜ਼ਾਈਲਮ ਤੋਂ ਘੱਟ ਹੋਏਗੀ। ਇਹ ਯਾਦ ਰੱਖਣਾ ਕਿ ਆਪਾਂ ਡੈਲਟਾ ਦੀ ਵੈਲਿਊ ਐਬਜ਼ਾਈਲਮ ਤੋਂ ਘੱਟ ਲੈ ਕੇ ਚੱਲਣੀ। ਠੀਕ ਹੈ, ਹੁਣ ਗਿਵਨ ਕੀ ਹੈ, ਗਿਵਨ ਹੈ ਕਿ ਫੰਕਸ਼ਨ ਬਿਲੋਂਗ ਕਰ ਰਿਹਾ ਰੀਮਨ ਸਟੇਜਲਸ ਇੰਟੈਗਰਲ ਔਨ ਏ ਬੀ। ਅਗਰ ਰੀਮਨ ਸਟੇਜਲਸ ਇੰਟੈਗਰਲ ਨੂੰ ਫੰਕਸ਼ਨ ਬਿਲੋਂਗ ਕਰ ਰਿਹਾ, ਇਟ ਮੀਨਸ ਬਾਈ ਡੈਫੀਨੇਸ਼ਨ ਆਫ ਦਿਸ ਤੇ ਆਪਾਂ ਕੀ ਕਰਾਂਗੇ, ਸਾਡੇ ਕੋਲ ਇੱਕ ਪਾਰਟੀਸ਼ਨ ਹੋਏਗੀ ਔਨ ਕਲੋਜ਼ਡ ਇੰਟਰਵਲ ਆਫ ਏ ਬੀ, ਉਹਨੂੰ ਡਿਵਾਈਡ ਕਰ ਦਾਂਗੇ ਪੀ ਏ ਇਜ਼ ਇਕੁਅਲ ਟੂ x ਨੋਟ ਆਫ ਏ ਬੀ ਸੱਚ ਦੈਟ ਕਿ ਯੂ ਪੀ ਐਫ ਅਲਫਾ ਮਾਈਨਸ ਐਲ ਪੀ ਐਫ ਅਲਫਾ ਇਜ਼ ਲੈਸ ਦੈਨ ਡੈਲਟਾ ਸਕੇਅਰ। ਹੁਣ ਇੱਥੇ ਡੈਲਟਾ ਸਕੇਅਰ ਆ ਗਿਆ। ਠੀਕ ਹੈ, ਕਿਉਂ, ਕਿਉਂਕਿ ਆਪਾਂ ਲੈ ਕੇ ਚਲੇ ਕਿ ਡੈਲਟਾ ਆਪਣੇ ਕੋਲ ਪੋਜ਼ਿਟਿਵ ਰੀਅਲ ਨੰਬਰ ਹੈ ਤੇ ਉਹ ਹੁਣ ਦੇਖੋ ਇਸ ਫੰਕਸ਼ਨ ਲਈ ਆਪਾਂ ਲੈਸ ਦੈਨ ਐਬਜ਼ਾਈਲਮ ਕਹਿਤਾ, ਹੁਣ ਇਹਦੇ ਲਈ ਆਪਾਂ ਚੇਂਜ ਕਰ ਦਿੱਤਾ, ਆਪਾਂ ਇੱਥੇ ਪੁੱਟ ਲੈ ਕੇ ਚਲੇ ਕਿ ਕੋਈ ਡੈਲਟਾ ਸਕੇਅਰ ਹੈ ਉਹ ਗ੍ਰੇਟਰ ਦੈਨ 0 ਹੈ ਤੇ ਉਹਦੇ ਲੈਸ ਦੈਨ ਡੈਲਟਾ ਸਕੇਅਰ ਹੋਗਾ। ਕੋਈ ਨਹੀਂ, ਥੋੜੀ ਡੈਫੀਨੇਸ਼ਨ ਚ ਚੇਂਜ ਕੀਤੀ। ਹੁਣ ਮੈਂ ਉਹ ਤੋਂ ਬਾਅਦ ਕਿਹਾ ਸੀਗਾ ਕਿ ਸੈਕੰਡ ਸਟੈਪ ਹੁੰਦਾ ਸੀ ਸਮੋਲ ਐਮ ਆਈ ਤੇ ਕੈਪੀਟਲ ਐਮ ਆਈ ਨੂੰ ਬਣਾਉਣਾ ਤੇ ਉਸ ਤੋਂ ਬਾਅਦ ਆਪਣੇ ਕੋ ਸੋਲਵ ਕਰਨਾ। ਹੁਣ ਦੇਖੋ ਸਮੋਲ ਐਮ ਆਈ ਤੇ ਕੈਪੀਟਲ ਐਮ ਆਈ ਦੇ ਆਰ ਦਾ ਆਲਸੋ ਦਾ ਬਾਉਂਡੇਸ਼ਨ ਆਫ ਫੰਕਸ਼ਨ ਐਫ ਦੇ। ਕਹਿੰਦੇ ਕਿ ਐਫ ਦੀ ਫੰਕਸ਼ਨ ਦੀ ਬਾਉਂਡੇਸ਼ਨ ਕੀ ਹੈ, ਸਮੋਲ ਐਮ ਆਈ ਤੇ ਕੈਪੀਟਲ ਐਮ ਆਈ, ਤੇ ਐਚ ਦੀ ਬਾਉਂਡੇਸ਼ਨ ਕੀ ਹੈਗੀ ਹੈ, ਸਮੋਲ ਐਮ ਆਈ ਦਾ ਸਟਾਰ ਔਰ ਕੈਪੀਟਲ ਐਮ ਆਈ ਦਾ ਸਟਾਰ। एच है, एच की बाउंडेशन ए है तो ए वाली जी बाउंडेशन है वो एफ की है, ये ध्यान रखना। एम आई समॉल एम आई तो कैपिटल एम आई एफ की बाउंडेशन है तो समॉल एम आई स्टार तो समॉल कैपिटल एम आई स्टार वो एच की बाउंडेशन ऑन क्लोज इंटरवल ऑफ एक्स आई माइनस वन तो एक्स आई। हुण मैं की कीता, हुण मैं डिवाइड कर दिता, डिवाइड द सैट इनटू टू सैट्स सच दैट
ਹੁਣ ਮੈਂ ਕੰਪਲੀਟ ਸੈੱਟ ਨੂੰ ਦੋ ਪਾਰਟਸ ਦੇ ਵਿੱਚ ਡਿਵਾਈਡ ਕਰ ਦਿੱਤਾ, ਇੱਕ A ਤੇ B। ਕਹਿੰਦੇ A ਦੇ ਵਿੱਚ ਉਹ ਐਲੀਮੈਂਟ ਹੋਊਗੇ ਜਿਨ੍ਹਾਂ ਇਹਦਾ ਡਿਫਰੈਂਸ ਪੋਜ਼ਿਟਿਵ ਲੈਸ ਦੈਨ ਡੈਲਟਾ ਹੋਏਗਾ, ਉਹਦੇ ਵਿੱਚ A ਵਾਲੇ ਐਲੀਮੈਂਟ ਹੋਊਗੇ। ਠੀਕ ਹੈ ਨਾ। ਕੰਡੀਸ਼ਨ ਦੇਖੋ, A ਦੇ ਵਿੱਚ ਉਹ ਵਾਲੇ I ਵਾਲੇ ਐਲੀਮੈਂਟ ਹੋਊਗੇ ਜਦੋਂ mi ਮਾਈਨਸ ਕੈਪੀਟਲ Mi ਮਾਈਨਸ ਸਮੋਲ mi ਕਰਾਂਗੇ, ਉਹਦੀ ਵੈਲਿਊ ਡੈਲਟਾ ਤੋਂ ਘੱਟ ਹੋਗੀ, ਉਹ A ਸੈੱਟ 'ਚ ਆਊਗੇ। ਅਗਰ ਉਹਦੀ ਵੈਲਿਊ ਡੈਲਟਾ ਤੋਂ ਬਰਾਬਰ ਹੋਈ ਜਾਂ ਉਸ ਤੋਂ ਵੱਡੀ ਹੋਈ ਤਾਂ ਉਹ B ਦੇ ਵਿੱਚ ਆਊਗੇ। ਇਹ ਦੋ ਸੈੱਟ ਬਣਾਤੇ। ਹੁਣ ਦੇਖੋ I ਕਿਹਨੂੰ ਬਿਲੋਂਗ ਕਰ ਰਿਹਾ, I ਵਾਲੇ ਐਲੀਮੈਂਟ A ਨੂੰ ਬਿਲੋਂਗ ਕਰ ਰਹੇ। ਕਦੋਂ ਬਿਲੋਂਗ ਕਰੋਗੇ, ਜਦੋਂ ਇਹਨਾਂ ਦੋਨਾਂ ਦਾ ਡਿਫਰੈਂਸ ਉਹ ਡੈਲਟਾ ਤੋਂ ਛੋਟਾ ਹੋਏਗਾ। ਠੀਕ ਹੈ। ਹੁਣ ਦੇਖੋ ਇਹ xi ਮਾਈਨਸ 1 ਹੈ, s ਤੇ t ਦੋ ਵੇਰੀਏਬਲ ਨੇ, ਉਹ ਦੋਨੋਂ ਦੀ ਵੈਲਿਊ i ਮਾਈਨਸ 1 ਤੇ i ਦੇ ਵਿੱਚ ਹੈਗੀ, i ਮਾਈਨਸ 1 ਤੇ i ਦੇ ਵਿੱਚ ਹੈਗੀ ਹੈ ਦੋਨਾਂ ਦੀ ਵੈਲਿਊ। ਹੁਣ ਦੋ ਰੀਅਲ ਨੰਬਰਸ ਨੇ fs, ਹੁਣ ਆਪਾਂ ਇਹ ਦੋ ਰੀਅਲ ਨੰਬਰ ਲੈ ਲਏ, ਮੈਂ ਕਿਹਾ ਸੀ ਨਾ ਇੱਥੇ ਦੋ ਰੀਅਲ ਨੰਬਰ ਲੈ ਲਾਂਗੇ, u ਤੇ v ਬਿਲੋਂਗ ਕਰੂਗੇ ਇੰਟਰਵਲ ਨੂੰ, ਇਹ ਇੰਟਰਵਲ ਨੂੰ ਹੀ ਬਿਲੋਂਗ ਕਰ ਰਿਹਾ, ਜਾਂ ਇਹਨੂੰ ਆਪਾਂ ਇਸ ਤਰੀਕੇ ਨਾਲ ਵੀ ਲਿਖ ਸਕਦੇ s, t belongs to the interval of xi minus 1 ਔਰ xi। ਅਗਰ ਤੁਹਾਨੂੰ ਇਹ ਚੀਜ਼ ਨਹੀਂ ਪਤਾ ਲੱਗਦੀ ਤਾਂ ਆਪਾਂ ਇਹ ਵੀ ਕਹਿ ਸਕਦੇ s ਔਰ t belongs to this interval। ਠੀਕ ਹੈ। ਹੁਣ ਮੈਨੂੰ ਪਤਾ ਹੈ ਕਿ ਅਗਰ ਇਹ ਇਸ ਇੰਟਰਵਲ ਨੂੰ ਬਿਲੋਂਗ ਕਰੇ ਬਾय द डेफिनेशन, ਫਿਰ ਇਹਨਾਂ ਦੀ ਕੀ ਹੋਏਗੀ, ਫੰਕਸ਼ਨ ਆਫ ਓਡ ਦੈਟ ਇਜ਼ ਲੈਸ ਦੈਨ ਐਪਸਿਲਨ, ਆਪਾਂ ਇਹ ਪ੍ਰੂਫ ਕਰਨੀ। ਹੁਣ ਇਹ 'ਚ ਫੰਕਸ਼ਨ ਕੀ ਹੈ, ਇਹ 'ਚ ਫੰਕਸ਼ਨ ਹੈਗਾ f। ਹੁਣ ਫੰਕਸ਼ਨ f ਹੈ ਤੇ f of s ਮਾਈਨਸ f of t, ਉਹ ਕੀ ਹੈਗਾ, ਮੋਡ। ਉਹ ਮੋਡ ਕਿਹਦੇ ਤੋਂ ਲੈਸ ਦੈਨ ਹੈ, ਹੁਣ f of s ਕਿਹਦੇ ਤੋਂ ਲੈਸ ਦੈਨ ਹੈ, ਉਹ mi ਤੋਂ ਲੈਸ ਦੈਨ ਹੈ, ਔਰ mi ਸਮੋਲ mi ਮਾਈਨਸ ਡਿਫਰੈਂਸ ਤੋਂ ਲੈਸ ਦੈਨ, ਉਹ ਕਿਹਦੇ ਤੋਂ ਲੈਸ ਦੈਨ ਹੈ, ਉਹ ਡੈਲਟਾ ਤੋਂ ਲੈਸ ਦੈਨ ਹੈ। ਅਗਰ ਇਹ ਦੀ ਗੱਲ ਕਰ ਰਹੇ, ਇਹਦਾ ਮਤਲਬ ਹੈ ਕਿ ਆ ਫੰਕਸ਼ਨ ਦਾ ਜਿਹੜਾ ਡਿਫਰੈਂਸ ਦਾ ਮੋਡ ਹੈ ਉਹ ਲੈਸ ਦੈਨ ਡੈਲਟਾ ਹੋ ਗਿਆ। ਹੁਣ ਉਸ ਤੋਂ ਬਾਅਦ ਮੈਂ 5 ਫੰਕਸ਼ਨ ਲਗਾਤਾ ਹੁਣ ਬੋਥ ਸਾਈਡ। ਅਗਰ ਮੈਂ 5 ਫੰਕਸ਼ਨ ਲਗਾ ਦਿੰਦਾ, 5 of f of s ਔਰ 5 of f of t, ਤੇ ਉਹ ਮੇਰੇ ਚੋਂ ਕੀ ਚਲਾ ਗਿਆ, ਉਹ ਕਿਹਦੇ ਵਿੱਚ ਚਲਾ ਗਿਆ, h ਦੇ ਵਿੱਚ ਚਲਾ ਗਿਆ। ਕਿਹਦੇ ਵਿੱਚ ਚਲਾ ਗਿਆ, ਜਦੋਂ 5 of f ਲੱਗੇਗਾ ਉਹ h ਦੇ ਵਿੱਚ ਚਲਾ ਜਾਏਗਾ, h ਆ ਗਿਆ ਜੀ, ਇੱਧਰ ਵੀ h ਆ ਗਿਆ। ਇਹ 5 of ਡੈਲਟਾ ਹੈ, ਦੈਟ ਇਜ਼ ਆਪਣੇ ਕੋ ਕੀ ਹੋ ਗਿਆ, ਐਪਸਿਲਨ ਹੋ ਗਿਆ। ਕਹਿੰਦੇ ਜਦੋਂ 5 ਦੇ ਵਿੱਚ ਫੰਕਸ਼ਨ ਦਾ ਡਿਫਰੈਂਸ ਆਏਗਾ ਤਾਂ ਉਹ ਲੈਸ ਦੈਨ ਐਪਸਿਲਨ ਹੋਏਗਾ। ਇੱਥੇ ਸਾਡੇ ਕੋਲ ਫਸਟ ਪਾਰਟ ਕੰਪਲੀਟ ਹੋ ਗਿਆ। ਹੁਣ ਨੈਕਸਟ ਅੱਗੇ ਦੇਖੋ, ਹੁਣ ਨੈਕਸਟ ਦੇ ਵਿੱਚ ਦੇਖੋ ਕਿ ਆਪਣੇ ਕੋ ਕੀ ਹੈ, ਮੋਡ ਆਪਾਂ ਲੈ ਲਿਆ ਸੀ ਕਿਉਂਕਿ ਆਪਾਂ ਹੁਣ ਦੇਖੋ ਸਮੋਲ mi ਤੇ ਕੈਪੀਟਲ mi ਦੀ ਗੱਲ ਹੋ ਚੁੱਕੀ, ਹੁਣ ਸਟਾਰ ਦੀ ਗੱਲ ਕਰਦੇ ਹਾਂ। ਹੁਣ ਮੋਡ ਆਫ ਸਮੋਲ mi ਤੇ ਕੈਪੀਟਲ mi ਦਾ ਸਟਾਰ ਉਹ ਕੀ ਹੈ, ਲੈਸ ਦੈਨ ਆਪਣੇ ਕੋ ਇਕੁਅਲ ਟੂ ਐਪਸਿਲਨ। ਹੁਣ ਇਹ ਤਾਂ ਦੈਟ ਇਜ਼ ਆਲਵੇਜ਼ ਪੋਜ਼ਿਟਿਵ। ਕਹਿੰਦੇ ਕਿ ਕੈਪੀਟਲ mi ਆ ਉਹ ਹਮੇਸ਼ਾ ਹੀ ਵੱਡਾ ਹੋਏਗਾ ਸਮੋਲ mi ਤੋਂ, ਇਹਦਾ ਮਤਲਬ ਹੈ ਕਿ ਇਹਨਾਂ ਦੋਨਾਂ ਦਾ ਜਿਹੜਾ ਡਿਫਰੈਂਸ ਹੋਏਗਾ ਉਹ ਆਲਵੇਜ਼ ਪੋਜ਼ਿਟਿਵ ਹੋਏਗਾ। ਤੇ mi ਮਾਈਨਸ capital Mi minus small mi star is less than equal to epsilon। Take the summation on both side। पहले डेल्टा अल्फा ही ले लो, डेल्टा अल्फा ये दोनों साइड मल्टीप्लाई कर देते, फिर समीशन ले ली, समीशन ले ली I belongs to the A। मैं क्या ना I belongs to the A मतलब कि I A दे I की है A दे set of the element, जिन्हें भी set of the element हो गया उस हिसाब ना I होएगा, वो belong करेगा A set में। ਹੁਣ ਦੇਖੋ ਇਹ ਲੈਸ ਦੈਨ ਇਕੁਅਲ ਟੂ ਐਪਸਿਲਨ, ਐਪਸਿਲਨ ਕਾਂਸਟੈਂਟ ਹੈ, ਬਾਹਰ ਆ ਗਿਆ ਜੀ। ਸਮੀਸ਼ਨ ਆਫ i ਬਿਲੋਂਗਸ ਟੂ a ਡੈਲਟਾ ਅਲਫਾ i। ਹੁਣ ਸਮੀਸ਼ਨ i ਬਿਲੋਂਗਸ ਟੂ a ਹੈ, ਆਪਣੇ ਕੋ ਫਾਈਨਾਈਟ ਨੰਬਰ ਹੋਏਗਾ i1 ਤੋਂ ਲੈ ਕੇ n ਤੱਕ, i1 ਤੋਂ ਲੈ ਕੇ n ਤੱਕ ਮਤਲਬ ਕੰਪਲੀਟ ਇੰਟਰਵਲ ਆ ਗਿਆ। ਕੰਪਲੀਟ ਇੰਟਰਵਲ ਮਤਲਬ a ਤੇ b ਦੀ ਗੱਲ ਹੋ ਗਈ। ਹੁਣ ਮੈਨੂੰ ਪਤਾ ਹੈ ਕਿ ਕੰਪਲੀਟ ਆਪਣੇ ਕੋ ਕਲੋਜ਼ਡ ਇੰਟਰਵਲ ਕੀ ਹੈ, a b ਹੈ। ਹੁਣ ਆਪਣੇ ਕੋ ਜਦੋਂ ਡੈਲਟਾ ਅਲਫਾ i ਲਿਖਾਂਗੇ ਦੈਟ ਇਜ਼ ਅਲਫਾ b ਮਾਈਨਸ ਆਫ ਅਲਫਾ ਆਫ a। ਹੁਣ ਆਪਣੇ ਕੋ ਆ ਗਿਆ ਦੈਟ ਇਜ਼ ਲੈਸ ਦੈਨ ਇਕੁਅਲ ਟੂ ਐਪਸਿਲਨ ਅਲਫਾ ਆਫ b ਮਾਈਨਸ ਅਲਫਾ ਆਫ a। ਹੁਣ ਆ ਗਿਆ, ਇਹ ਤੱਕ ਸਾਰੀ ਗੱਲ ਹੋ ਗਈ ਸੈੱਟ a ਦੀ। ਹੁਣ ਸੈੱਟ b ਦੀ ਗੱਲ ਕਰੋ। ਹੁਣ ਸੈੱਟ b ਦੇ ਵਿੱਚ ਕੀ ਸੀਗਾ, ਸੈੱਟ b ਦੇ ਵਿੱਚ ਕਹਿ ਰਹੇ ਸੀ ਕਿ ਜਿੰਨਾ ਵੀ ਡਿਫਰੈਂਸ ਹੈ ਜਾਂ ਤਾਂ ਉਹ ਡੈਲਟਾ ਦੇ ਬਰਾਬਰ ਹੋਣਾ ਚਾਹੀਦਾ ਜਾਂ ਡੈਲਟਾ ਤੋਂ ਵੱਡਾ ਹੋਣਾ ਚਾਹੀਦਾ। ਤੇ ਡੈਲਟਾ ਕੀ ਹੋ ਗਿਆ, ਛੋਟਾ ਹੋ ਗਿਆ ਸਮੋਲ mi ਤੇ ਕੈਪੀਟਲ mi ਦੇ ਡਿਫਰੈਂਸ ਚੋਂ। ਟੇਕ ਦਾ ਡੈਲਟਾ ਅਲਫਾ i ਔਨ ਬੋਥ ਸਾਈਡ, ਫਿਰ ਟੇਕ ਦਾ ਸਮੀਸ਼ਨ, ਸਮੀਸ਼ਨ ਲੈਣ ਤੋਂ ਬਾਅਦ ਫਿਰ ਆਪਣੇ ਕੋ i1 ਤੋਂ ਲੈ ਕੇ n ਤੱਕ। ਹੁਣ ਦੇਖੋ ਇੱਧਰ ਧਿਆਨ ਨਾਲ, ਸਮੀਸ਼ਨ ਲੈ ਲਿਆ, ਕੈਪੀਟਲ mi ਖੋਲ ਦਿੱਤਾ, ਇਹਨੂੰ ਆਪਾਂ UPF ਅਲਫਾ ਕਹਿੰਦੇ ਆ, ਇਹਨੂੰ LPF ਅਲਫਾ ਕਹਿੰਦੇ ਆ। ਇਹਨਾਂ ਦੋਨਾਂ ਦਾ ਡਿਫਰੈਂਸ ਕੀ ਹੋ ਗਿਆ, ਲੈਸ ਦੈਨ ਡੈਲਟਾ ਸਕੇਅਰ। ਹੁਣ ਲੈਸ ਦੈਨ ਡੈਲਟਾ ਸਕੇਅਰ ਹੈ, ਹੁਣ ਦੇਖੋ ਅਸੀਂ ਪਹਿਲੇ ਹੀ ਕਿਹਾ ਕਿ ਡੈਲਟਾ ਐਪਸਿਲਨ ਤੋਂ ਛੋਟਾ ਹੈ, ਡੈਲਟਾ ਐਪਸਿਲਨ ਤੋਂ ਛੋਟਾ ਹੈ, ਠੀਕ ਹੈ ਜੀ। ਤੇ ਡੈਲਟਾ ਸਕੇਅਰ ਡੈਲਟਾ ਐਪਸਿਲਨ ਤੋਂ ਛੋਟਾ ਹੈ, ਆਪਾਂ ਉਹੀ ਕੰਸੈਪਟ ਲੈ ਕੇ ਚਲੇ ਬਾਈ 2। ਇਕੁਏਸ਼ਨ ਨੰਬਰ 2 ਦੇਖੋ,
इक्वेशन नंबर 2 कहती है कि UPF अल्फा लेस दैन डेल्टा स्केयर, ये अपने को इतने तक रिजल्ट आ गया। ਹੁਣ ਸਮੀਸ਼ਨ ਡੈਲਟਾ ਆਫ ਅਲਫਾ ਆਈ ਉਹਦੀ ਵੈਲਿਊ ਕੀ ਹੈ ਲੈਸ ਦੈਨ ਡੈਲਟਾ ਕਿ ਤੋਂ ਛੋਟਾ ਅਬਜ਼ਾਈਲਮ ਤੋਂ ਤੇ ਇੱਕ ਹੀ ਹੋ ਗਿਆ ਲੈਸ ਦੈਨ ਅਬਜ਼ਾਈਲਮ। ਹੁਣ ਗਿਵਨ ਕੀ ਸੀਗਾ, ਗਿਵਨ ਪਾਰਟ ਦੇਖੋ ਜੀ, ਗਿਵਨ ਸੀਗਾ ਕਿ ਫਾਈ ਇਜ਼ ਅ ਕੰਟੀਨਿਊਅਸ ਔਨ ਅ ਕਲੋਜ਼ਡ ਇੰਟਰਵਲ ਸਮॉल m ਔਰ ਕੈਪੀਟਲ M। ਹੁਣ ਮੈਨੂੰ ਪਤਾ ਹੈ ਕਿ ਅਗਰ ਫੰਕਸ਼ਨ ਕੰਟੀਨਿਊਅਸ ਹੈ ਐਂਡ ਬਾउंडेड ਵੀ ਹੈ तो यूनीफॉर्मली कंटिन्यूस होएगा, ये आप पिछे यूज़ कर चुके यूनीफॉर्मली कंटिन्यूस होएगा जिहड़ा पहले पिछे यूज़ किया। हुण देखो इत्थे फंक्शन कंटिन्यूस भी है बाउंडेड भी है, कहते अगर कंटिन्यूस है तो बाउंडेड भी है। बाउंडेड है तो बाउंडेड की डेफिनेशन लगा दो, देयर एग्जिस्ट के कोई भी पॉजिटिव इंटीजर है वो ग्रेटर दैन भी हो सकता है और इक्वल टू भी 0 हो सकता है, सच दैट बाउंडेशन है फाई ऑफ द टी मोड लेस दैन इक्वल टू के, टी बिलोंग करेगा इस इंटरवल, डेफिनेशन लगा देती। सो दैट हुण इन्हां दोनों का डिफरेंस की हो गया, कैपिटल एम आई स्टार माइनस स्मॉल एम आई स्टार वो की हो गया लेस दैन इक्वल टू 2k, कि इन्हां दोनों का डिफरेंस की होएगी या तो 2k के बराबर होएगी 2k के बराबर होएगी या तो छोटा होएगा। ये कितना निकला, ये रिजल्ट देखो कितना निकला बाय द डेफिनेशन फंक्शन दी फाई ऑफ एस माइनस फाई ऑफ टी इज लेस दैन इक्वल टू एम। अपने को इनइक्वालिटी प्रॉपर्टी लगा देती है, इनइक्वालिटी प्रॉपर्टी होती है लेस दैन इक्वल टू मोड ऑफ ए प्लस मोड ऑफ बी, इनइक्वालिटी प्रॉपर्टी लगा दी, इनइक्वालिटी प्रॉपर्टी लगा देंगे। हुण मैनूं पता है कि अगर फाई ऑफ टी है वो भी मोर लेस दैन के है तो फाई ऑफ एस भी तो अपने को लेस दैन इक्वल टू के होएगा, के प्लस के 2k हो गया, अपने को आ गया रिजल्ट। हुण आ जाओ जी इत्थे, इत्थे फंक्शन सीगा अपने को एफ का, आपां किहदे च लैके जाना एच दे विच, आपां प्रूफ तो यही करना सी ना कि जिहड़ा एच है एच ऑफ एक्स है वो बिलोंग करना चाहिए रीमन इंटीग्रेबल ऑफ अल्फा ऑन ए क्लोज इंटरवल ऑफ ए बी। अगर एच एक्स फंक्शन नूं प्रूफ करना है तो ਉਹਦੇ ਲਈ ਤਾਂ मैं यू पी एच अल्फा की गल करूँगा ना, यू पी एच अल्फा माइनस एल पी एच अल्फा और लेस दैन ऑब्जाइला, मैं ये प्रूफ करूँगा ना। हुण देखो वही चीज़ प्रूफ करने के लिए मैं स्टैप बाय स्टैप करूँगा। यू पी एच अल्फा दैट इज समीशन ऑफ एम आई स्टार माइनस स्मॉल एम आई स्टार डेल्टा अल्फा, इन्हों ओपन कर देना, यदी वैल्यू आप पहले कट चुके हैं, इक्वेशन नंबर 3 बन जानी, इतने इक्वेशन नंबर 5 पुट कर देनी, सोल्व करांगे जी अपने को हुण ए वाली वैल्यू अपने को कहते हैं लेस दैन ऑब्जाइलम ते है, ध्यान रखो ए वाली चीज़ मैं इतने प्रूफ कर चुका कि डेल्टा अल्फा ए दी वैल्यू की है लेस दैन ऑब्जाइलम, मैं इतने पुट कर देंगे, कॉमन ले लेंगे ऑब्जाइलम दे नाल कुछ भी इंटीजर मल्टीप्लाई करांगे वो भी इंटीजर ही होएगा तो ऑब्जाइलम डैश ले लिया, तो साढ़े को पूरे यू पी एच अल्फा माइनस एल पी एच अल्फा दैट इज ए लेस दैन ऑब्जाइलम बाय द प्रॉपर्टी। अगर ये रिजल्ट प्रूफ होता है तो आप कह सकते हैं कि जो एच एक्स है वो बिलोंग करेगा रीमन स्टेगलेस इंटैग्रल ऑन ए क्लोज इंटरवल ऑफ ए बी, तो इतने साढ़े को थ्योरम कंप्लीट हो जाती है। ठीक है बेटा, समझ आ गई सारे नूं? हाँ स्टेप बाय स्टेप चलना है, कोई वड्डी नहीं है। नेक्स्ट थ्योरम देखो, इंपॉर्टेंट थ्योरम, थ्योरम नंबर 6 है इफ। हुण देखो क्वेश्चन दे विच तुहाडा आंसर है, तुसीं ज़्यादा नहीं सोचना कि तुसीं करना की है, स्टेप बाय स्टेप चलना, सारा कुछ सोल्व हो जाना, बस रिजल्ट पता लगने चाहिए तुहानूं किद्दां यूज़ करना है। इफ एफ बिलोंग करे रीमन स्टेगलेस इंटैग्रल ऑन ए क्लोज्ड इंटरवल, ये तुहानूं गिवन है, वो कह रहा है कि ये गिवन है तो प्रूफ करो। ये फर्स्ट तो ये हो गया कि ये भी प्रूफ करना है, सैकेंड ये भी प्रूफ करना है, दो चीज़ां प्रूफ करनियां जी, फर्स्ट पार्ट तो सैकेंड पार्ट, दो पार्ट है जी। गिवन लैके चलो, अगर एफ बिलोंग कर है रीमन स्टेगलेस इंटैग्रल ऑन ए क्लोज्ड इंटरवल, डेफिनेशन लगाओ, डेफिनेशन की है फॉर ए गिवन एप्सिलॉन ग्रेटर दैन 0 देयर एग्जिस्ट ए पार्टीशन, पार्टीशन ले ली दैट इज ए पी, पी केड़े इंटरवल ते ले लिया क्लोज्ड इंटरवल ऑफ ए बी नू पार्टीशन बिलोंग कर ली, पार्टीशन लगाने बाद सच दैट कि यू पी एफ अल्फा माइनस एल पी एफ अल्फा लेस दैन एप्सिलॉन, ये होगी डेफिनेशन। बेटा ये डेफिनेशन है कि डेफिनेशन रीमन स्टेजलेस इंटैग्रल दी। हुण मैं क्या सीगा आपां प्रूफ की करना मोड ऑफ एफ, उन्होंने भी रीमन स्टेजलेस है, स्टैप बाय स्टैप चलते हैं। पहले पार्टीशन सीगी वो ले ली, हुण स्मॉल एम आई कैपिटल एम आई लवांगे, फिर उस तो बाद यू पी एफ अल्फा माइनस एल पी एफ अल्फा लेस दैन एप्सिलॉन, ये प्रूफ कर देंगे तो साढ़े को रिजल्ट आ जाएगा। ठीक है जी, स्टैप बाय स्टैप चलते हैं। हुण आपां क्या लैनी स्मॉल एम आई तो कैपिटल एम आई, हुण स्मॉल एम आई कैपिटल एम आई किहदी बाउंडेशन है एफ दी,
ਤੇ MI ਸਟਾਰ ਤੇ MI ਕੈਪੀਟਲ MI ਡੈਸ਼ ਡੈਸ਼ ਵਾਲੀਆਂ ਕਿਹੜੀਆਂ ਹੈਗੀਆਂ ਬਾਉਂਡੇਸ਼ਨ, ਉਹ ਮੋਡ ਆਫ ਐਫ ਦੀ ਬਾਉਂਡੇਸ਼ਨ ਹੈ। ਕਿਹੜੇ ਇੰਟਰਵਲ ਤੇ, xi-1 ਤੇ xi। ਕਹਿੰਦੇ ਜਦੋਂ ਬਾਉਂਡੇਸ਼ਨ ਲੈਣੀ ਹੈ ਨਾ, ਬਾਉਂਡੇਸ਼ਨ ਸਿੰਪਲ ਜੀ ਗੱਲ ਹੈ, ਜਦੋਂ ਫੰਕਸ਼ਨ ਦੀ ਬਾਉਂਡੇਸ਼ਨ ਲੈਣੀ ਨਾ ਇੱਕ ਪਰਟੀਕੂਲਰ ਇੰਟਰਵਲ ਤੇ ਲੈਣੀ ਹੈ। ਮੈਂ ਕੰਪਲੀਟ ਇੰਟਰਵਲ ਦੀ ਗੱਲ ਨਹੀਂ ਕਰੂੰਗਾ, ਇਹਦੇ ਚ ਪਰਟੀਕੂਲਰ ਇੰਟਰਵਲ ਦੀ ਗੱਲ ਕਰੂੰਗਾ, ਇਸ ਕਰਕੇ ਮੈਂ ਬਾਉਂਡੇਸ਼ਨ ਲੈ ਰਿਹਾ। ਹੁਣ ਮੈਂ ਕਹਿ ਰਿਹਾ ਕਿ ਇਸ ਇੰਟਰਵਲ ਦੇ ਵਿੱਚ ਮੈਂ ਕੋਈ ਵੀ ਪੁਆਇੰਟ ਲੈ ਸਕਦਾ ਓਬਵੀਅਸਲੀ, ਤੇ ਮੈਂ ਇਸ ਇੰਟਰਵਲ ਦੇ ਵਿੱਚ 2 ਪੁਆਇੰਟ ਲੈ ਲਏ T1 ਤੇ T2, ਉਹ ਇਸ ਇੰਟਰਵਲ ਦੇ ਵਿੱਚ ਹੈ। ਇਸ ਇੰਟਰਵਲ ਦੇ ਵਿੱਚ 2 ਪੁਆਇੰਟ ਲੈ ਲਏ ਆ। ਹੁਣ ਮੈਨੂੰ ਪਤਾ ਅਗਰ ਮੈਂ 2 ਪੁਆਇੰਟ ਲੈ ਲਏ ਤੇ ਫੰਕਸ਼ਨ ਆਫ T1 ਮਾਈਨਸ ਫੰਕਸ਼ਨ ਆਫ T2 ਉਹ ਕੀ ਹੋਏਗਾ, ਦੇਖੋ ਇੱਥੇ ਸੱਚ ਹੈ ਵੀ ਦੈਟ। ਹੁਣ ਮੈਂ ਪ੍ਰੂਫ ਕੀ ਕਰਨਾ, ਮੋਡ ਆਫ ਐਫ ਦੇ ਲਈ, ਤੇ ਮੋਡ ਆਫ ਐਫ ਦੇ ਲਈ ਕੀ ਆ ਗਿਆ, ਮੋਡ ਕੰਪਲੀਟ ਮੋਡ ਔਰ ਮੋਡ ਆਫ ਐਫ ਆਫ T1 ਮਾਈਨਸ ਮੋਡ ਆਫ ਐਫ ਆਫ T2 ਲੈਸ ਦੈਨ ਇਕੁਅਲ ਟੂ ਮੋਡ ਆਫ ਐਫ ਆਫ T ਮਾਈਨਸ ਐਫ ਆਫ T। ਇਹ ਇਨਇਕੁਐਲਿਟੀ ਪ੍ਰੋਪਰਟੀ ਹੈ ਬੇਟਾ, ਇਹ ਵੀ ਯਾਦ ਰੱਖਣਾ, ਇਨਇਕੁਐਲਿਟੀ ਪ੍ਰੋਪਰਟੀ ਯੂਜ਼ ਕਰਦੇ ਪਏ ਇੱਥੇ। ਹੁਣ ਯੂਜ਼ਿੰਗ ਦਿਸ ਰਿਲੇਸ਼ਨ, ਹੁਣ ਆ ਜਾਓ ਜੀ ਉੱਪਰ ਵਾਲਾ ਰਿਜ਼ਲਟ ਕੀਤਾ ਸੀ ਨਾ ਕਿ mi ਡੈਸ਼ ਮਾਈਨਸ ਸਮੋਲ ਆਫ mi ਡੈਸ਼ ਇਜ਼ ਲੈਸ ਦੈਨ ਇਕੁਅਲ ਟੂ mi ਮਾਈਨਸ ਆਫ mi। ਹੁਣ ਇਹ ਕਿੱਦਾਂ ਬਣਿਆ ਇਹ ਵੀ ਮੈਂ ਤੁਹਾਨੂੰ ਦੱਸ ਸਕਦਾ। ਹੁਣ ਰਿਜ਼ਲਟ ਕਿੱਦਾਂ ਕੀਤਾ ਸੀ ਆਪਾਂ ਕਿ mi ਦੀ ਵੈਲਿਊ ਇਜ਼ ਲੈਸ ਦੈਨ ਇਕੁਅਲ ਟੂ ਸਮੋਲ ਕੈਪੀਟਲ mi ਡੈਸ਼ ਔਰ ਕੈਪੀਟਲ mi ਡੈਸ਼ ਮਾਈਨਸ ਲੈਸ ਦੈਨ ਇਕੁਅਲ ਟੂ mi। ठीक है जी, हो गया। हाँ, इस रिजल्ट तो आप आ वाला रिजल्ट बनाया, जो ये सबट्रैक्ट करांगे ये वाला पार्ट लेस देन हो जाएगा तो अपने को आ वाला रिजल्ट आ जाएगा। ਹੁਣ ਆ वाला रिजल्ट आ गया, फिर मैं ਕੀ ਕੀਤਾ डेल्टा अल्फा ही मल्टीप्लाई कर दिता ऑन बोथ साइड, मल्टीप्लाई कर दिता। मैंने पता है कि समीशन ऑफ mi डैश डेल्टा अल्फा ही समीशन ऑफ mi डैश अल्फा ही दैट इज यूपी। ਹੁਣ mi डैश ਦੇ ਲਈ ਮੇਰੇ ਕੋ ਫੰਕਸ਼ਨ ਕੀ ਹੈ, ਮੋਡ ਆਫ f। ਇਹ ਯਾਦ ਰੱਖਣਾ, mi ਡੈਸ਼ ਦੇ ਲਈ ਮੇਰੇ ਕੋ ਫੰਕਸ਼ਨ ਕੀ ਹੈ, ਮੋਡ ਆਫ f। ਅਗਰ ਸਿੰਪਲ mi ਦੇ ਲਈ ਫੰਕਸ਼ਨ ਕੀ ਹੈ, f। ਤੇ ਦੋਨਾਂ ਦੇ ਲਈ ਧਿਆਨ ਰੱਖਣਾ यूपी ਮੋਡ ਆਫ ਅਲਫਾ ਹੈ, LP ਮੋਡ ਆਫ f ਅਲਫਾ ਲੈਸ ਦੈਨ ਇਕੁਅਲ ਟੂ UPF ਅਲਫਾ ਮਾਈਨਸ LPF ਅਲਫਾ। ਇਹਦੀ ਵੈਲਿਊ ਕਿਹਦੇ ਤੋਂ ਲੈਸ ਦੈਨ ਹੈ, ਗਿਵਨ ਪਾਰਟ ਦੇਖ ਲਓ, ਲੈਸ ਦੈਨ ਐਪਸਿਲਨ ਇੱਥੇ ਯੂਜ਼ ਕਰ ਲਿਆ। ਅਗਰ ਇਹ ਲੈਸ ਦੈਨ ਐਪਸਿਲਨ ਹੈ ਤਾਂ ਇਹ ਵੀ ਲੈਸ ਦੈਨ ਐਪਸਿਲਨ ਹੋਏਗਾ। ਇਟ ਮੀਨਸ ਕਿ ਬਾय द डेफिनेशन ਮੋਡ ਆਫ f ਕਿਹਨੂੰ ਬਿਲੋਂਗ ਕਰ ਗਿਆ, दैट इज RS ਇੰਟੀਗ੍ਰੇਬਲ ਔਨ ਅ ਕਲੋਜ਼ਡ ਇੰਟਰਵਲ ਆਫ AB। ਫਸਟ ਪਾਰਟ ਇੱਥੇ ਕੰਪਲੀਟ ਹੋ ਜਾਂਦਾ ਬਾय द डेफिनेशन ਹੀ। ਸੈਕੰਡ ਪਾਰਟ ਪ੍ਰੂਵ ਕਰਨਾ। ਸੈਕੰਡ ਪਾਰਟ ਕੀ ਸੀਗਾ, ਕਹਿੰਦੇ ਮੋਡ ਲੋ ਇੰਟੀਗ੍ਰੇਬਲ ਲੋ A ਤੋਂ ਲੈ ਕੇ B ਤੱਕ f ਆਫ d ਅਲਫਾ, ਉਹ ਲੈਸ ਦੈਨ ਹੋਏਗਾ ਇੰਟੀਗ੍ਰੇਬਲ, ਮੋਡ ਅੰਦਰ ਚਲਾ ਜਾਏਗਾ, ਕੋਈ ਫਰਕ ਨਹੀਂ ਪਏਗਾ। ਹੁਣ ਇਹਦੇ ਵਿੱਚ ਦੇਖੋ ਆਹ ਰਿਜ਼ਲਟ ਮੋਸਟ ਇੰਪੋਰਟੈਂਟ ਹੈ, ਇਹ ਅੱਗੇ ਫਰਦਰ ਯੂਜ਼ ਹੋਣਾ ਕਿ ਅਗਰ ਆਪਾਂ ਕੰਪਲੀਟ ਦਾ ਮੋਡ ਲੈਂਦੇ ਆ ਤੇ ਦੂਸਰੇ ਦੀ ਲੈਸ ਦੈਨ ਹੁੰਦਾ ਆਹ ਵਾਲਾ ਸਾਈਨ। ਆਪਾਂ ਇਕੁਐਲਿਟੀ ਤਾਂ ਕਹਿ ਦਿੰਦੇ ਆ ਪਰ ਲੈਸ ਦੈਨ ਹੁੰਦਾ, ਲੈਸ ਦੈਨ ਇਕੁਅਲ। ਚਲੋ ਜੀ ਹੁਣ ਸੈਕਿੰਡ ਪਾਰਟ ਕਰਦੇ ਹਾਂ। ਸੈਕਿੰਡ ਪਾਰਟ ਨੂੰ ਕੀ ਹੈ, ਵੀ ਨੋ ਦੈਟ ਆਪਣੇ ਕੋਲ ਦੋ ਫੰਕਸ਼ਨ ਹੈ f1 ਤੇ f2, ਕਿਉਂਕਿ ਇਹ ਆਪਾਂ ਸਟੈਪ ਪ੍ਰੂਫ ਕਰਾਂਗੇ ਉੱਪਰ ਵਾਲੇ ਨੂੰ ਤੇ ਸਟੈਪ ਬਾय ਸਟੈਪ ਚਲਾਂਗੇ। ਆਪਣੇ ਕੋਲ ਦੋ ਫੰਕਸ਼ਨ ਲੈ ਲਏ ਆਪਾਂ ਰੀਮਨ ਸਟ੍ਰਿਗਲਸ ਇੰਟੈਗਰਲ ਦੇ, ਉਹ ਇੱਕ ਦੂਸਰੇ ਤੋਂ ਛੋਟੇ ਨੇ। ਇਟ ਮੀਨਸ ਕਿ ਮੋਨੋਟੋਨਿਕ ਇੰਕਰੀਜ਼ਿੰਗ ਫੰਕਸ਼ਨ ਹੋਵੇ। ਮੋਨੋਟੋਨਿਕ ਇੰਕਰੀਜ਼ਿੰਗ ਫੰਕਸ਼ਨ ਇੱਕ ਫੰਕਸ਼ਨ ਦੂਸਰੇ ਤੋਂ ਵੱਡਾ ਹੈ ਔਨ ਕਲੋਜ਼ਡ ਇੰਟਰਵਲ ਆਫ AB। ਦੈਨ ਅਗਰ ਇਹ ਇੱਕ ਦੂਜੇ ਤੋਂ ਵੱਡਾ ਹੈ, ਇੱਥੇ ਡੈਫੀਨੇਸ਼ਨ ਚੱਲ ਰਹੀ ਹੈ, ਮੈਂ ਤੁਹਾਨੂੰ ਦੱਸ ਦਵਾਂ ਸਟੇਟਮੈਂਟ ਹੈ, ਪ੍ਰੀਵੀਅਸ ਰਿਜ਼ਲਟ ਇਹਦੇ ਵਿੱਚ ਯੂਜ਼ ਹੋਏ ਆ। ਜਿਹੜੀ ਥਿਊਰਮਸ ਮੈਂ ਨਹੀਂ ਕਰਾਈਆਂ ਉਹ ਥਿਊਰਮਸ ਵੀ ਯੂਜ਼ ਹੋ ਰਹੀਆਂ ਇਹਦੇ 'ਚ। ਕਹਿੰਦੇ A ਤੋਂ ਲੈ ਕੇ B f1 d ਅਲਫਾ ਇਜ਼ ਲੈਸ ਦੈਨ ਇਕੁਅਲ ਟੂ A ਤੋਂ ਲੈ ਕੇ B ਤੱਕ f ਆਫ 2 d ਅਲਫਾ। ਇਹ ਰਿਜ਼ਲਟ ਹੈ। ਅਗਰ ਆਪਾਂ ਇਹ ਰਿਜ਼ਲਟ ਕਿੱਦਾਂ ਆਉਂਦਾ ਕਿ ਅਗਰ ਕੋਈ ਦੋ ਫੰਕਸ਼ਨ ਲੈ ਲੈਂਦੇ ਆਪਾਂ ਰੀਮਨ ਸਟ੍ਰਿਗਲਸ ਇੰਟੈਗਰਲ ਦੇ ਔਰ ਦੋਨੋਂ ਮੋਨੋਟੋਨਿਕ ਇੰਕਰੀਜ਼ਿੰਗ ਫੰਕਸ਼ਨ ਹੈ, ਇੱਕ ਲੈਸ ਦੈਨ ਹੈ ਦੂਸਰੇ ਤੋਂ ਔਨ ਕਲੋਜ਼ਡ ਇੰਟਰਵਲ, ਦੈਨ ਆਪਣੇ को ए वाला रिजल्ट फुलफिल होएगा। तो बाय डेफिनेशन इतने ही चला गया। तो f बिलोंग कर रहा है रीमन स्ट्रिगलस इंटैग्रल, अगर f बिलोंग कर रहा है तो माइनस f भी बिलोंग करेगा, ये भी थ्योरम है। देखो पहली थ्योरम ये होगी, दूसरी थ्योरम ये हैगी एंड मोड ऑफ f तक गिवन ही है, बिलोंग कर रहा है रीमन स्ट्रिगलस इंटैग्रल नू। तो अपने को पता है कि बाय द रिलेशन कि हमने को हमेशा पता है कि मोड ऑफ x की वैल्यू हमेशा माइनस x तो वड्डी होएगी, ठीक है, वो माइनस एक्स तो भी वड्डी होएगी तो एक्स तो भी वड्डी होएगी मोड की वैल्यू। ये दोनों रिजल्ट लगा देते। दोनों रिजल्ट लगाने तो बाद
इंटीग्रेशन ऑन बोथ साइड ले ली डी अल्फा लैके, इंटीग्रेशन ऑन बोथ साइड ले ली तो फर्स्ट रिजल्ट अपने को इतने यूजिंग सैकेंड इक्वेशन अपने को रिजल्ट बन जाएगा। ठीक है, हुण आपां की कीता, अगर सैकेंड रिजल्ट अपने को बन गया, मैं की कीता मैक्सिमम लगा दिता कि इन्हां दोनों दे विचों दो फंक्शन हो गए ना, एक आ फंक्शन हो गया, एक आ फंक्शन हो गया, दोनों अपने को लेस दैन इंटीग्रेशन ए तो लैके बी मोड ऑफ एफ डी अल्फा है, तो दोनों लेस दैन है, मैं इन्हां दोनों चों जिहड़ी मैक्सिमम होएगा वो लेस दैन इक्वल टू करूँगा, तो इन्हां दोनों दे विच जिहड़ी मैक्सिमम किहड़ी होएगी पॉजिटिव वाली, तो एफ ऑफ डी अल्फा का मोड होएगा वो लेस दैन इक्वल टू ए तो लैके बी मोड ऑफ एफ डी अल्फा, इत्थे साडे को कंप्लीट हो जाएगी। आ रिजल्ट है जी, जो आप मैक्सिमम वाला रिजल्ट लेंदे हैं एक्स ते माइनस एक्स दे विच मैक्सिमम लेंदे हैं और मोड ऑफ एफ दे विच चली जाएगी, इत्थे जाके साडे कोल कंप्लीट हो जाएगी थ्योरम, ते साडा कंसैप्ट कंप्लीट हो जाएगा। नेक्स्ट देखो छोटियां छोटियां थ्योरम है, मोस्ट इंपॉर्टेंट है कि एफ अपने को बिलोंग कर रीमन इंटीग्रल ऑन इंटीग्रल ए बी, दैन प्रूव करो कि एफ स्केयर भी रीमन इंटीग्रल इंटीग्रल है, तुसीं अपने आप करनी है, सेम स्टैप बाय स्टैप चलना है। ठीक है, फंक्शन है बाउंडेड दिता है, बाउंडेड तो बाद अपने को पार्टीशन ले ली, पार्टीशन तो बाद स्मॉल एम आई तो कैपिटल एम आई ले ली, उन्होंने दे विच आपां लेस दैन यू पी एफ अल्फा माइनस एल पी एफ अल्फा पुट कर देंगे, लेस दैन एप्सिलॉन प्रूव कर देंगे, साडे को थ्योरम कंप्लीट हो जाएगी। स्टैप बाय स्टैप चलनी है, सेम प्रोसीजर है, चलते रहना, आराम नाल थ्योरम ताड़ी कंप्लीट हो जाएगी। नेक्स्ट थ्योरम है, थ्योरम नंबर है 8, दैट इज अपने को if f or g belongs to the R alpha, that is a Riemann Stiglitz integral on a closed interval of a b, then prove करो कि उन्हां दोनों फंक्शन का मल्टीप्लिकेशन भी रीमन स्टिगलिस इंटैग्रल होएगा ऑन ए बी दे विच। देखो कोई प्रॉब्लम नहीं है, साडे को दो थ्योरम है, थ्योरम नंबर आ भी तुसीं प्रूव करनी है, कर लेनी है, जिस विच एडिशन वाला पार्ट आएगा, तो एडिशन वाला पार्ट होने तो बाद तुसीं मल्टीप्लिकेशन वाला पार्ट भी कर लेना। देखो एफ ते जी अपने को दो है फंक्शन है और आर एस इंटीग्रेबल है, आर एस इंटीग्रेबल है ऑन क्लोज इंटरवल ऑफ ए बी। अगर मैं कोई दो फंक्शन लै रहा तो उन्होंने दोनों का सम भी आर एस इंटीग्रेबल होएगा, तो उन्होंने दोनों का डिफरेंस भी आर एस इंटीग्रेबल होएगा। इत्थे आपां की करनी है थ्योरम नंबर 8.2 वाली प्रूफ करनी है, जिहड़ी आपां कर चुके हैं। फिर उस तो बाद है कि अगर उन्होंने दोनों स्केयर भी कर दिए तां भी वो आर एस इंटीग्रेबल होएगी, तो उन्होंने दोनों डिफरेंस भी कर दिए तां भी वो आर एस इंटीग्रेबल होएगी। ठीक है, तो ना एफ 4FG आ जाएगा, वो भी आर एस इंटीग्रेबल होगी, क्योंकि सोल्व करने तो बाद 4 ना 4 डिवाइड भी कर देंगे तां भी अपने को आर एस इंटीग्रेबल होगी, तो साढ़े को इत्थे रिजल्ट प्रूफ हो जाएगा। ਇਹਦੇ ਲਈ ਤੁਸੀਂ ਦੋ ਥਿਊਰਮਾਂ ਇੱਥੇ ਪ੍ਰੂਫ ਕਰਨੀਆਂ, ਥਿਊਰਮ ਨੰਬਰ 1 ਤੇ ਥਿਊਰਮ ਨੰਬਰ 2 8.2 ਦੀਆਂ, ਤੇ ਦੋਨੋਂ ਇੱਥੇ ਤੁਸੀਂ ਰਿਜ਼ਲਟ ਪ੍ਰੂਫ ਕਰੋਗੇ ਤਾਂ ਜਾ ਕੇ ਕੰਪਲੀਟ ਹੋਏਗੀ ਥਿਊਰਮ। ਠੀਕ ਹੈ ਜੀ, ਨੈਕਸਟ ਥਿਊਰਮ ਦੇਖੋ, पहले तो डेफिनेशन देखो, दैट इज डेफिनेशन ऑफ यूनिट स्टेप फंक्शन। कहते यूनिट स्टेप फंक्शन की है कि अपने को एक फंक्शन है दैट इज यूनिट स्टेप फंक्शन। ਹੁਣ ਉਹ ਕਹਿ ਰਿਹਾ ਕਿ ਅਗਰ आई एक्स अपने को यूनिट स्टेप फंक्शन है, ਹੁਣ ਉਹਦੀ वैल्यू डिपेंड करती है एक्स की वैल्यू ਤੇ, कि किसी फंक्शन की वैल्यू डिपेंड ऑन द एक्स की वैल्यू, अगर एक्स की वैल्यू लैस दैन 0 है और इक्वल टू 0 है तो फंक्शन की वैल्यू 0 आएगी, अगर एक्स की वैल्यू ग्रेटर दैन 0 है तो फंक्शन की वैल्यू 1 आएगी। ये होंगे यूनिट स्टेप फंक्शन है। ठीक है, इट डिपेंड अपॉन द एक्स कि एक्स की वैल्यू की है। हम थ्योरम नंबर 9 है, कहते इफ, ध्यान ना देखनी है, इफ एस की वैल्यू लाई कर रही है ए ते बी दे विच, कहते कि ए बी अपने को कोई इंटरवल सीगा उहदे विच अपने को एस फंक्शन है लाई कर रहा है, एस पॉइंट है, सॉरी फंक्शन या पॉइंट है, कहते एस ओ वाला पॉइंट है जिहड़ा ए ते बी दे विच लाई कर रहा है, नाल उन्होंने कहा कि फंक्शन बाउंडेड भी है, कहते फंक्शन बाउंडेड है ना क्लोज इंटरवल ए बी, एफ कॉन्टीन्यूस है। देखो इंटरवल दे विच फंक्शन बाउंडेड है तो एस वाले पॉइंट दे विच फंक्शन कॉन्टीन्यूस है, ध्यान ना समझना, स्टेटमेंट नूं ध्यान ना समझना ही आंसर है। कहते कि एफ फंक्शन बाउंडेड है इस इंटरवल च, कॉन्टीन्यूस है पॉइंट ते एंड अल्फा एक्स। हम देखो अल्फा एक्स उन्होंने लिखा आई ऑफ एक्स माइनस एस, अगर ये गिवन है दैन प्रूव करो ए तो लैके बी इंटीग्रेबल एफ डी अल्फा इज इक्वल टू एफ ऑफ एस, ये प्रूफ करना कंसैप्ट है, ध्यान ना देखो। हम लेट आप पी पार्टीशन ले ली क्योंकि रीमन इंटीग्रेबल है, बाउंडेड भी फंक्शन है, एफ अपने को पार्टीशन ले ली दैट इज ऑफ क्लोज इंटरवल ए बी,
वेयर ਹੁਣ ਜਿਹੜਾ S ਪੁਆਇੰਟ ਹੈ ਉਹਨੂੰ ਮੈਂ X ਲਿਖ ਲਿਆ, x1 ਲਿਖ ਲਿਆ, x1 that is a point ਹੈ, ਨੋਟੇਸ਼ਨ ਨਹੀਂ ਦਿੱਤੀ ਹੈ, x1 is equal to S। ਹੁਣ ਨਾਓ small mi ਤੇ capital Mi ਹੈ, that is a bounded ਹੈ, ਕਿਹਦੇ ਬਾਉਂਡੇਸ਼ਨ ਹੈ, ਇਹਨੂੰ ਇੱਦਾਂ ਵੀ ਲਿਖ ਸਕਦੇ small mi is less than equal to F less than equal to capital Mi, that is a lower bound is a upper bound। ਇਹ ਕਿਹਦੀ ਫੰਕਸ਼ਨ ਦੀ ਬਾਉਂਡਡ ਹੋਗੀ, F ਦੀ, ਕਿਸ ਇੰਟਰਵਲ ਦੇ ਵਿੱਚ ਹੋਗੀ, ਇਹ ਵੀ ਜ਼ਰੂਰ ਯਾਦ ਰੱਖਣਾ i-1 ਤੇ xi ਵਾਲੇ ਇੰਟਰਵਲ ਦੇ ਵਿੱਚ ਹੋਗੀ। इस इंटरवल ਦੇ ਵਿੱਚ ਫੰਕਸ਼ਨ ਬਾਉਂਡੇਸ਼ਨ ਹੈ ਤੇ ਉਹ ਬਾਉਂਡਡ ਹੈ, ਬਾਉਂਡਡ ਵੈਲਿਊ ਹੈ। ਦੈਨ ਹੁਣ UPF ਅਲਫਾ ਕੀ ਹੁੰਦਾ, ਸਮੀਸ਼ਨ ਆਫ i1 ਤੋਂ ਲੈ ਕੇ ਹੁਣ y1 ਤੋਂ ਲੈ ਕੇ 3 ਤੱਕ, ਹੁਣ i1 ਤੋਂ ਲੈ ਕੇ 3 ਤੱਕ, ਕਿਉਂ 3 ਤੱਕ ਲੈ ਕੇ, ਕਿ ਦੇਖੋ ਇੱਥੇ ਪੁਆਇੰਟ ਕਿੰਨੇ ਨੇ, x0 x1 x2 ਤੇ x3, ਆਪਣੇ को सिर्फ 3 ਪੁਆਇੰਟ ਤੱਕ ਹੀ ਗਏ ਹੈ ਤੇ i ਦੀ ਵੈਲਿਊ ਆਪਣੇ को 3 ਤੱਕ ਹੀ ਚੇਂਜ ਹੋਏਗੀ, ਤੇ m1 ਡੈਲਟਾ ਅਲਫਾ 1 ਪਲੱਸ m2 ਡੈਲਟਾ ਅਲਫਾ 2 ਪਲੱਸ m3 ਡੈਲਟਾ ਅਲਫਾ 3, ਤੇ ਡੈਲਟਾ ਅਲਫਾ 1 ਨੂੰ ਓਪਨ ਕਰਾਂਗੇ, ਡੈਲਟਾ ਅਲਫਾ 2 ਨੂੰ ਓਪਨ ਕਰਾਂਗੇ, ਡੈਲਟਾ ਅਲਫਾ 3 ਨੂੰ ਓਪਨ ਕਰਾਂਗੇ। ਹੁਣ ਇਹਨਾਂ ਦੀ ਅਲਫਾ x1 ਦੀ ਵੈਲਿਊ ਹੁਣ ਡਿਪੈਂਡ ਕਰਦਾ ਕਿ x ਦੀ ਵੈਲਿਊ ਕਿੱਦਾਂ ਹੈ, ਅਗਰ x ਦੀ ਵੈਲਿਊ ਲੈਸ ਦੈਨ s ਹੈ ਤਾਂ ਆਪਣੇ को 0, अगर x की वैल्यू ग्रेटर देन s है तब x फंक्शन की वैल्यू 1। ਹੁਣ x1 वाला पॉइंट है वो s ਦੇ ਬਰਾਬਰ ਹੈ, अगर x1 s ਦੇ ਬਰਾਬਰ है तो फंक्शन की वैल्यू 0 होएगी, लो जी ये 0 होगी, अगर 1 तो छोटा है ਤਾਂ ਵੀ 0 ਹੋਏਗੀ, ਇੱਥੇ 1 ਤੋਂ ਵੱਡਾ ਹੈ 1 ਆ ਗਈ, ਇੱਥੇ 1 ਤੋਂ ਛੋਟਾ 1 ਦੇ ਬਰਾਬਰ ਹੈ 0, ਫਿਰ 1 ਤੋਂ ਵੱਡਾ ਹੈ 1, 1 ਤੋਂ ਵੱਡਾ ਹੈ 1, ਤੇ ਇਸ ਲਗਾ ਕੇ ਸਾਡੇ ਕੋਲ m2 ਬਚੇਗਾ। ਇੱਦਾਂ ਹੀ LPF ਅਲਫਾ दैट इज ਉਹ m2 ਬਚੇਗਾ, ਸਮਾਲ m2। ਕਹਿੰਦੇ ਹੁਣ ਸਾਡੇ ਕੋਲ ਗਿਵਨ ਕੀ ਸੀਗਾ, ਫੰਕਸ਼ਨ ਕੀ ਸੀ, ਕੰਟੀਨਿਊਸ ਸੀਗਾ ਉਸ ਪੁਆਇੰਟ ਤੇ, ਆਪਾਂ ਲੈ ਕੇ ਚੱਲਾਂਗੇ ਕਿ ਫੰਕਸ਼ਨ ਕੰਟੀਨਿਊਸ ਹੈ उस पॉइंट ਤੇ, ਇਸ ਪੁਆਇੰਟ ਤੇ, अगर कंटिन्यूस है इट मीन्स, अगर कंटिन्यूस है इट मीन्स कि ਜਿਹੜਾ m2 है वो कन्वर्ज करेगा f of s ਨੂੰ, और स्मॉल m2 भी कन्वर्ज करेगा f of s ਨੂੰ। अगर ये दोनों f of s ਨੂੰ कन्वर्ज करूँगे, कदों कन्वर्ज करोगे, ਕਹਿੰਦੇ m2 भी कन्वर्ज करेगा f of s ਨੂੰ, स्मॉल m2 भी कन्वर्ज करेगा f of s ਨੂੰ। ਇਹ ਕਦੋਂ ਪੋਸੀਬਲ ਹੈ, ਜਦੋਂ x2 कन्वर्ज करेगा s ਨੂੰ। ਹੁਣ x2 कन्वर्ज करेगा x ਨੂੰ, then ਸੁਪੀਰੀਅਰ ਲੋ, ਹੁਣ LPF ਅਲਫਾ ਦਾ ਸੁਪੀਰੀਅਰ ਲਵਾਂਗੇ, UPF ਅਲਫਾ ਦਾ ਆਪਾਂ ਇਨਫੀਮੀਅਮ ਲਵਾਂਗੇ, ਉਹ f of s ਦੇ ਬਰਾਬਰ ਹੋਏਗਾ। ਠੀਕ ਹੈ, ਅਗਰ ਇਹ ਰਿਜ਼ਲਟ ਪ੍ਰੂਵ ਹੋ ਜਾਂਦਾ ਹੈ ਇਟ ਮੀਨਸ ਕਿ ਜਿਹੜਾ ਲੋਅਰ ਸਮ ਹੈ, लोअर इंटीग्रेबल फंक्शन है तो अपर लिमिट इंटीग्रेबल फंक्शन है, दोनों आपस में बराबर हो गए तो f of s के बराबर है। अगर ये आपस में बराबर ने बाय द, अगर फंक्शन रिमेन इंटीग्रेबल है तो ये दोनों आपस में बराबर ने, इट मीन्स कि ये क्लोजर f of d अल्फा b अपर f of d अल्फा ये इक्वल हो जाओगे, तीनों आपस में बराबर हो गए कदों, जो a तो b कंप्लीट f of d अल्फा होएगी। ਹੁਣ ਇਹਨਾਂ ਦੋਨਾਂ ਦੀ ਥਾਂ ਤੇ ਮੈਂ ਕੀ ਲਿਖੂੰਗਾ, a ਤੋਂ b f of d ਅਲਫਾ, a ਤੋਂ b f of d ਅਲਫਾ, ਉਹ ਇਕੁਅਲ ਹੋ ਜਾਏਗੀ ਦੈਟ ਇਜ਼ f of s ਦੇ ਇਕੁਅਲ। ਠੀਕ ਹੈ ਜੀ, ਇਹ ਕੰਪਲੀਟ ਹੋ ਜਾਂਦੀ ਥਿਊਰਮ ਨੰਬਰ 9।